नमस्कार, ओम शांति ते नाले सत श्री अकाल। ਅੱਜ ਫਿਰ ਸਤਿਗੁਰੂ ਕਰਤਾ ਪੁਰਖ ਚ ਲੈ ਕੇ ਆਇਆ ਸਾਡੇ ਨਿਰਵੈਰ ਭਾਈ ਨੂੰ ਔਰ ਮੈਨੂੰ ਉਮੀਦ ਹੈ ਤੁਹਾਨੂੰ ਹਰ ਵੇਲਾ ਇਹ ਪੁੱਛਣੇ ਦੀ ਜ਼ਰੂਰਤ ਤਾਂ ਹੈ ਨਹੀਂ ਕਿ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਲੱਗਦਾ। ਮੈਨੂੰ ਲੱਗਦਾ ਬਹੁਤ ਅੱਛਾ ਲੱਗਦਾ ਕਿਉਂਕਿ ਕੁਝ ਜੀਵਨ 'ਚ ਐਸੇ ਪ੍ਰਸ਼ਨ ਆਉਂਦੇ ਆ ਜਿਨ੍ਹਾਂ ਦਾ ਹੱਲ ਸਾਡੇ ਕੋਲ ਨਹੀਂ ਹੁੰਦਾ। ਇਹ ਮੈਂ ਤੁਹਾਨੂੰ ਪਹਿਲੇ ਵੀ ਬੋਲਿਆ ਥਾ ਕਿ ਅਨੁਭਵੀ ਵਿਅਕਤੀ ਹੀ ਸਾਡੇ ਪ੍ਰਸ਼ਨਾਂ ਦਾ ਹੱਲ ਦੇ ਸਕਦਾ। ਆਈਏ ਸਵਾਗਤ ਕਰਦੇ ਹਾਂ ਸਾਡੇ ਨਿਰਵੈਰ ਭਾਈ ਸਾਹਿਬ ਦਾ। ਭਾਈ ਸਾਹਿਬ ਤੁਹਾਡਾ ਇਸ कार्यक्रम 'ਚ ਬਹੁਤ ਬਹੁਤ ਸਵਾਗਤ ਆ। ਸਤਿ ਸ੍ਰੀ ਅਕਾਲ, ਓਮ ਸ਼ਾਂਤੀ। ਹਾਂਜੀ ਜੀ ਭਾਜੀ ਤੁਸੀਂ ਸਾਡੇ ਪ੍ਰਸ਼ਨਾਂ ਦਾ ਆਨਸਰ ਦਿੱਤਾ था ਤੇ ਨਾਲੇ ਰਾਜਯੋਗ ਦੇ ਬਾਰੇ 'ਚ ਵੀ ਸਾਨੂੰ ਦੱਸਿਆ था ਕਿ ਯੋਗ ਹੁੰਦਾ ਹੋ ਤੇ ਯੋਗ ਦੇ ਫਾਇਦੇ ਕੀ ਹੁੰਦੇ। ਯੋਗ ਦੇ ਫਾਇਦੇ ਹੈ, ਦੇਖੋ ਸੰਸਕ੍ਰਿਤ 'ਚ ਉਹ ਇੱਕ ਲਾਈਨ 'ਚ ਕਿਹਾ ਜਾਂਦਾ ਯੋਗਾ कर्मेषु कौशल। योग से कर्मों में कुशलता आती है जी। आप इससे समझ सकते हो कि ਜਿਹਦੇ ਜੀਵਨ 'ਚ ਉਹਦੇ ਕਰਮਾਂ 'ਚ ਕੁਸ਼ਲਤਾ ਆ ਜਾਏ, ਖੁਸ਼ਹਾਲੀ ਆ ਜਾਏ ਤੇ ਉਸ ਤੋਂ ਵੱਡੀ ਹੋਰ ਕੀ ਚੀਜ਼ ਹੋ ਸਕਦੀ। ਇਹ ਵੀ ਸੋਚਣ ਦੀ ਗੱਲ ਹੈ ਜੀ। और योग अर्थात स्वयं ਨੂੰ ਆਤਮਾ ਸਮਝ ਪਰਮ ਪਿਤਾ ਪਰਮਾਤਮਾ ਸ਼ਿਵ ਦੇ ਨਾਲ ਮਨ ਲਗਾਉਣਾ, ਉਹਨੂੰ ਕਿਹਾ ਜਾਂਦਾ ਹੈ ਸਹਿਜ ਰਾਜ ਯੋਗ, ਕਿਉਂਕਿ ਉਹ ਬੁੱਧੀ ਦਾ ਯੋਗ ਹੈ। ਉਹ ਕੋਈ ਹਠ ਯੋਗ ਨਹੀਂ ਹੈ, ਕੋਈ ਮੰਤਰ ਨਹੀਂ ਜਪਣਾ ਹੀ, ਕੋਈ ਹੋਰ ਕੁਛ ਨਹੀਂ, ਲੇਕਿਨ ਉਹ ਯੋਗ 'ਚ ਸ਼ਬਦ ਆਉਂਦਾ ਹੀ ਮਨ ਮਨਾ ਭਵ, ਮਨ ਪਰਮਾਤਮਾ ਦੇ ਨਾਲ ਲਗਾਉਣਾ। ਮਨ ਮਨਾ ਭਵ, ਮਨ ਮੇਰੇ ਸਾਥ ਲਗਾਓ। ਤੇ ਸ਼ਿਵ ਬਾਬਾ ਦੇ ਨਾਲ ਜਦੋਂ ਤੁਸੀਂ ਮਨ ਲਗਾਉਣਗੇ ਉਹ ਤੁਹਾਡਾ ਮਨ ਬੜਾ ਹੀ ਸੁੰਦਰ, ਪਵਿੱਤਰ ਔਰ ਗੁਣਵਾਨ ਹੋਏਗਾ। ਤੇ ਜਦੋਂ ਤੁਹਾਡੇ ਮਨ 'ਚ ਅੱਛੇ ਵਿਚਾਰ ਹੋਣਗੇ ਤਾਂ ਤੁਸੀਂ ਕਰਮ ਵੀ ਅੱਛੇ ਕਰਨਗੇ। जी ਭਾਜੀ ਤੇ ਨਾਲੇ ਇੱਦਾਂ ਬੋਲ ਸਕਦੇ ਕਿ ਯੋਗ ਔਰ ਯੋਗਾ 'ਚ ਅੰਤਰ ਹੈ ਜਾਂ ਇੱਕ ਸਮਾਨ ਹੈ। ਉਹ ਦੋਨੋਂ ਇੱਕ ਹੀ ਗੱਲ ਹੈ। ਹਿੰਦੀ ਔਰ ਇੰਗਲਿਸ਼ ਸ਼ਬਦਾਂ 'ਚ ਥੋੜ੍ਹਾ ਜਿਹਾ ਕੋਈ ਯੋਗ ਕਹੇਗਾ, ਇੰਗਲਿਸ਼ ਵਾਲੇ ਯੋਗਾ ਕਹਿਣਗੇ ਜੀ। ਉਹ ਕੋਈ ਫਰਕ ਨਹੀਂ ਹੈ। ਯੋਗ ਮਾਨਾ ਯਾਦ। ਜੀ। ਬਾਬਾ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਯੋਗ ਦਾ ਸ਼ਬਦ ਯੂਜ਼ ਕਰਨਗੇ ਉਹ ਤੇ ਕਦੀ ਕੋਈ ਹਠ ਯੋਗ ਸੋਚੇਗਾ, ਕਦੀ ਕੋਈ ਮੰਤਰ ਯੋਗ ਸੋਚੇਗਾ, ਕਦੀ ਕੋਈ ਭਗਤੀ ਯੋਗ ਸੋਚੇਗਾ, ਕਦੀ ਕੋਈ ਗਿਆਨ ਯੋਗ ਸੋਚ ਕਰਕੇ ਫਿਰ ਉਹਦੇ ਹਿਸਾਬ ਨਾਲ ਮਨ ਨੂੰ ਲਗਾਏਗਾ। ਇਸ ਕਰਕੇ ਬਾਬਾ ਨੇ ਕਿਹਾ ਪਰਮਾਤਮਾ ਪਿਤਾ ਦੀ ਯਾਦ ਮਾਨਾ ਯੋਗ। ਜੀ ਭਾਜੀ ਮੂਲੀ 'ਚ ਆਉਂਦਾ ਮਿਰਵਾ ਮੌਤ ਤੇ ਮੁਲਕ ਦਾ ਸ਼ਿਕਾਰ, ਮਲੂਕ ਦਾ ਸ਼ਿਕਾਰ, ਇਹਦਾ ਕੀ ਅਰਥ ਹੁੰਦਾ। ਹੁਣ ਇਹਦੇ ਗੱਲਾਂ 'ਚ ਮੈਂ ਨਹੀਂ ਜਾਂਦਾ। ਮਿਰਵਾ ਮੌਤ ਮਲੂਕ ਦਾ ਸ਼ਿਕਾਰ, ਇਹਦੇ 'ਚ ਅਸੀਂ ਕੋਈ ਸਾਨੂੰ ਮਿਲਦਾ ਨਹੀਂ ਕੁਛ ਵੀ। ਉਹ ਦੁਨੀਆ ਦੀਆਂ ਗੱਲਾਂ 'ਚ ਆਉਂਦੀਆਂ, ਇਹ ਪੁਰਾਣੀਆਂ ਗੱਲਾਂ ਹੀ। ਅੱਛਾ। ਬੁਢਾਪੇ 'ਚ ਲੋਕ ਇਹੋ ਜਿਹੀਆਂ ਗੱਲਾਂ ਸੁਣਾਉਂਦੇ ਸੀ। ਮਲੂਕਾ ਸ਼ਿਕਾਰ ਕਰਨ ਵਾਲੇ ਦਾ ਨਾਂ ਹੀ। ਅੱਛਾ। ਔਰ ਮਿਰਵਾ ਮੌਤ ਮਤਲਬ ਇਹ ਕਿਸੇ ਦੀ ਮੌਤ, ਜਾਨਵਰ ਦੀ ਮੌਤ ਹੁੰਦੀ ਹੈ ਜਾਂ ਪੰਛੀ ਦੀ ਮੌਤ ਹੁੰਦੀ ਹੈ ਤੇ ਉਹਦੀ ਤਾਂ ਮੌਤ ਹੋ ਗਈ ਔਰ ਸ਼ਿਕਾਰੀ ਨੂੰ ਸ਼ਿਕਾਰ ਮਿਲ ਗਿਆ। ਮਿਰਵਾ ਮੌਤ ਮਲੂਕਾ ਸ਼ਿਕਾਰ। ਓਕੇ ਜੀ ਭਾਜੀ। ਤੇ ਅਸੀਂ ਕਦੀ ਸ਼ਿਕਾਰ ਨਹੀਂ ਕਰਨਾ ਹੀ, ਕਦੀ ਕਿਸੇ ਨੂੰ ਇਹੋ ਜਿਹਾ ਦੁੱਖ ਨਹੀਂ ਦੇਣਾ, ਇਹ ਧਿਆਨ ਰੱਖਣਾ ਹੀ ਬਸ। ਜੀ ਭਾਜੀ ਇਸ ਸਮੇਂ ਜੇ ਸਮਾਂ ਚੱਲਿਆ ਹੈ ਕਰੋਨਾ ਦਾ ਜਾਂ ਕੋਈ ਵੀ ਸਮੇਂ ਬੋਲ ਲਈਏ ਤੇ ਉਸ ਸਮੇਂ ਅਸੀਂ ਕਿਆ ਪੁਰਸ਼ਾਰਥ ਕਰਨਾ ਚਾਹੀਦਾ ਸਾਨੂੰ ਖਾਸ ਕਰਕੇ। ਪਹਿਲੀ ਗੱਲ ਹੈ ਕਿ ਆਪਣਾ ਮਨੋਬਲ ਬਹੁਤ ਉੱਚਾ ਚਾਹੀਦਾ ਔਰ ਮਨੋਬਲ ਉੱਚਾ ਰੱਖਣ ਵਾਸਤੇ ਮੈਂ ਜੋ ਆਪਣੇ ਅਨੁਭਵ ਤੋਂ ਦੱਸ ਰਿਹਾ ਹਾਂ
ਅਗਰ ਤੁਸੀਂ ਸਵੇਰੇ ਉੱਠਦੇ ਪਰਮਾਤਮਾ ਨਾਲ ਮਨ ਲਗਾਉਂਦੇ ਹੋ, ਜਿਹਨੂੰ ਬਾਬਾ ਕਹਿੰਦਾ ਹੀ ਸਵੇਰੇ ਉੱਠਦੇ ਹੀ ਸ਼ਿਵ ਬਾਬਾ ਗੁੱਡ ਮਾਰਨਿੰਗ, ਔਰ ਉਸ ਤੋਂ ਬਾਅਦ ਉਹਨਾਂ ਦੀ ਯਾਦ 'ਚ ਮਨ ਲਗਾ ਕੇ ਸਰਵ ਸ਼ਕਤੀਵਾਨ ਦੀ ਯਾਦ 'ਚ ਰਹਿ ਕਰਕੇ ਮਾਸਟਰ ਸਰਵ ਸ਼ਕਤੀਵਾਨ ਦੀ ਸਥਿਤੀ ਦਾ ਅਨੁਭਵ ਕਰਨਗੇ ਹੋ, ਤੇ ਤੁਸੀਂ ਸ਼ਕਤੀਸ਼ਾਲੀ ਆਪਣੀ ਸਥਿਤੀ ਬਣਾ ਲੈਣਗੇ। ਔਰ ਫਿਰ ਉਸ ਤੋਂ ਬਾਅਦ ਆਪਣੇ ਸਾਰੇ ਦਿਨ ਦੀ ਦਿਨਚਰਿਆ ਨੂੰ ਬਹੁਤ ਅੱਛੇ ਤਰੀਕੇ ਨਾਲ ਚਲਾਉਣ ਵਾਸਤੇ ਗਿਆਨ ਦੇ ਮਹਾਵਾਕਿਆ, ਜਿਹਨੂੰ ਅਸੀਂ ਮੁਰਲੀ ਕਹਿੰਦੇ ਹਾਂ, ਉਹਦਾ ਅਧਿਐਨ ਕਰੀਏ, ਚਾਹੇ ਸੁਣੀਏ ਚਾਹੇ ਪੜ੍ਹੀਏ। ਲੇਕਿਨ ਉਹ ਜੋ ਮੁਰਲੀ ਹੈ ਉਹ ਸਿਰਫ ਐਵੇਂ ਹੀ ਨਹੀਂ ਰੱਟਾ ਲਗਾਉਣਾ, ਐਵੇਂ ਨਹੀਂ ਬਸ ਮੈਨੇ ਮੁਰਲੀ ਪੜ੍ਹ ਲਈ, ਨਹੀਂ। ਉਸ ਮੁਰਲੀ ਨੂੰ ਅੱਛੀ ਤਰ੍ਹਾਂ ਆਹਿਸਤਾ ਆਹਿਸਤਾ ਪੜ੍ਹਦੇ ਹੋਏ ਦਿਲ 'ਚ ਸਮਝਣਾ ਹੀ ਕਿ ਬਾਬਾ ਦਾ ਭਾਵ ਕੀ ਹੈਗਾ। ਔਰ ਅੱਜ ਜਿਸ ਤਰ੍ਹਾਂ ਮੁਰਲੀ 'ਚ ਬਾਬਾ ਨੇ ਕਿਹਾ, ਬੱਚੇ ਮੈਂ ਜੋ ਤੁਹਾਨੂੰ ਗਿਆਨ ਦੇ ਰਿਹਾ ਏ, ਇੱਕ ਇੱਕ ਗਿਆਨ ਦਾ ਵਰਸ਼ਨ ਜਿਹੜਾ ਈ ਉਹਦੀ ਲੱਖਾਂ ਰੁਪਏ ਕੀਮਤ ਹੈ। ਤੁਸੀਂ ਕਿਆ ਤੋਂ ਕਿਆ ਬਣ ਜਾਂਦੇ ਹੋ ਜਦੋਂ ਤੁਸੀਂ ਇਤਨੇ ਉੱਚ ਬਣਦੇ ਹੋ, ਤੇ ਤੁਹਾਡੇ ਇਤਨੇ ਅਰਬਪਤੀ ਵੀ ਤੁਹਾਡੇ ਸਾਹਮਣੇ ਕੁਛ ਨਹੀਂ ਹੈਗੇ। ਇਹੋ ਜਿਹੇ ਜ਼ੇਵਰ, ਇਹੋ ਜਿਹੇ ਮਹਿਲ, ਇਹੋ ਜਿਹੇ ਸਭ ਚੀਜ਼ਾਂ ਤੁਹਾਡੇ ਜਿਸ ਤਰ੍ਹਾਂ ਸਰਵਿਸ 'ਚ ਆ ਜਾਂਦੀਆਂ, ਆਪਣੇ ਆਪ ਆ ਜਾਂਦੀਆਂ, ਤੁਸੀਂ ਕੁਛ ਕਰਨਾ ਨਹੀਂ ਉਹਦੇ ਵਾਸਤੇ। ਲੇਕਿਨ ਆਤਮਾ ਦੀ ਕੁਆਲਿਟੀ ਜਿਹੜੀ ਹੈ ਉਹਨੂੰ ਬਹੁਤ ਸੁੰਦਰ ਬਣਾਉਣਾ ਹੈ। ਜੀ ਭਾਜੀ ਬਾਬਾ ਬੋਲਦੇ ਯੱਗ 'ਚ ਹੱਡੀ ਹੱਡੀ ਸੁਆਹਾ ਕਰਨੀ, ਇਹਦਾ ਭਾਵ ਕੀ ਹੋਇਆ? ਪਹਿਲੇ ਤੇ ਸਮਝ ਆਉਣੀ ਚਾਹੀਦੀ ਹੈ ਕਿ ਯੱਗ ਕਿਹਨੂੰ ਕਹਿ ਰਹੇ ਆ। ਜੀ, ਜੋ ਪਰਮਾਤਮਾ ਪਿਤਾ ਨੇ ਵਿਸ਼ਵ ਪਰਿਵਰਤਨ ਕਰਨ ਵਾਸਤੇ ਯੱਗ ਰਚਿਆ, ਇਸ ਨੂੰ ਯੱਗ ਕਿਹਾ ਗਿਆ ਹੀ। ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲੇ ਦਾ ਓਰੀਜਨਲ ਨਾਂ ਜਿਹੜਾ ਹੀ ਪਹਿਲੇ ਓਮ ਮੰਡਲੀ ਸੀ, ਔਰ ਫਿਰ ਰੁਦਰ ਗੀਤਾ ਗਿਆਨ ਯੱਗ ਇਹਦਾ ਨਾਂ ਸੀ। ਰੁਦਰ ਮਾਨਾ ਪਰਮਾਤਮਾ ਸ਼ਿਵ, ਔਰ ਗੀਤਾ ਗਿਆਨ ਦਾ ਯੱਗ ਹੈਗਾ। ਇਸ ਯੱਗ 'ਚ ਅਗਰ ਤੁਸੀਂ ਪੂਰਾ ਧਿਆਨ ਦੇਣਗੇ ਹੋ, ਯੱਗ ਦੀ ਜੋ ਗਤੀਵਿਧੀ ਹੈਗੀ ਆ ਉਹਨੂੰ ਸੁਚਾਰੂ ਰੂਪ ਨਾਲ ਚਲਾਉਣਗੇ ਹੋ, ਉਹਦੇ 'ਚ ਆਪਣਾ ਸਹਿਯੋਗ ਦੇਣਗੇ, ਉਹਦੇ 'ਚ ਆਪਣਾ ਜੀ ਜਾਨ ਦੇ ਇੱਕ ਪ੍ਰਕਾਰ ਤੋਂ, ਜਿਸ ਤਰ੍ਹਾਂ ਸਾਡੀ ਭੈਣਾਂ ਹੈਗੀਆਂ, ਕਵਿਤਾ ਭੈਣ ਹੈ, ਹੋਰ ਭਾਈ ਹੈਗੇ ਆ, ਤਾਂ ਉਹ ਆਪਣੀ ਜੀਵਨ ਨੂੰ ਪੂਰਾ ਸਮਰਪਿਤ ਕਰ ਦਿੱਤਾ। ਇਹ ਦੇਖੋ ਨਾ, ਤੇ ਇਹ ਕਿਸ ਆਧਾਰ 'ਤੇ ਕੀਤਾ? ਇਸੇ ਆਧਾਰ 'ਤੇ ਕਿ ਇਹ ਮਹਾਨ ਯੱਗ ਹੈ ਜਿਹਦੇ 'ਚ ਸਾਰੇ ਵਿਸ਼ਵ ਦੀ ਸੇਵਾ ਸਮਾਈ ਹੋਈ ਹੈ, ਤੇ ਸਾਰੇ ਵਿਸ਼ਵ ਦੀ ਸੇਵਾ ਵਾਸਤੇ ਆਪਣਾ ਤਨ ਮਨ ਧਨ ਸਭ ਸੁਆਹਾ ਕਰਦੇ ਆ। ਇਸ ਨੂੰ ਕਹਿੰਦੇ ਆ ਯੱਗ 'ਚ ਆਹੂਤੀ ਦੇਣਾ। ਭਾਜੀ ਇੱਕ ਕੰਨਿਆ ਹੈ, ਉਹ ਸੈਂਟਰ 'ਚੋਂ ਵੀ ਜਾਂਦੀ ਤੇ ਨਾਲੇ ਘਰ ਵੀ ਰਹਿੰਦੀ। ਉਹ ਬੋਲਦੀ ਕਿ ਸੰਗਠਨ ਨੂੰ ਅਸੀਂ ਕਿੱਦਾਂ ਮਜ਼ਬੂਤ ਕਰੀਏ, ਕਿਉਂਕਿ ਸੈਂਟਰ 'ਚ ਵੀ ਜਾਂਦੇ ਤਾਂ ਕੁਛ ਊਚ ਨੀਚ ਹੋ ਜਾਂਦੀ, ਤੇ ਉੱਥੇ ਤੇ ਥੋੜ੍ਹਾ ਮਾਈਂਡ ਡਿਸਟਰਬ ਹੁੰਦਾ, ਤੇ ਘਰ ਵੀ ਅਸੀਂ ਆਉਂਦੇ, ਘਰ 'ਚ ਵੀ ਸਾਡਾ ਮਾਈਂਡ ਡਿਸਟਰਬ ਹੁੰਦਾ। ਤਾਂ ਅਸੀਂ ਘਰ ਦਾ ਤੇ ਨਾਲੇ ਸੈਂਟਰ 'ਚ ਦੋਨੋਂ ਤਰਫ ਦਾ ਕਿੱਦਾਂ ਸੰਗਠਨ ਮਜ਼ਬੂਤ ਕਰੀਏ ਅਸੀਂ, ਉਹਦੀ ਵੀ ਮਤਲਬ ਕਿਆ ਹੋਣਾ ਚਾਹੀਦਾ? ਦੋ ਗੱਲਾਂ ਕਰਨੀਆਂ ਪੈਣਗੀਆਂ। ਇੱਕ ਤੇ ਪਰ ਚਿੰਤਨ ਪਤਨ ਦੀ ਜੜ ਹੈ। ਦੂਸਰਿਆਂ ਨੂੰ ਦੇਖਣਗੇ, ਉਹਨਾਂ ਦੇ ਬਾਰੇ ਸੋਚਣਗੇ, ਉਹ ਕਿਸੇ ਨੇ ਗਲਤੀ ਕੀਤੀ, ਕਿਸੇ ਨੇ ਅੱਛਾ ਬੋਲਿਆ, ਉਹਦੇ 'ਚ ਤੁਹਾਡਾ ਦਿਮਾਗ ਲੱਗਿਆ ਰਹੇਗਾ ਤੇ ਉਹ ਅਸਰ ਕਰੇਗਾ ਤੁਹਾਡੇ ਉੱਪਰ। ਇਸ ਕਰਕੇ ਪਰ ਚਿੰਤਨ ਪਤਨ ਦੀ ਜੜ ਕਿਹਾ ਜਾਂਦਾ ਹੈ, ਗਿਰਾਵਟ। ਜੀ, ਤੇ ਪਰ ਚਿੰਤਨ ਕਰਨ ਦੀ ਬਜਾਏ ਸੋ ਚਿੰਤਨ ਕਰੋ ਔਰ ਸ਼ਿਵ ਨੂੰ ਯਾਦ ਕਰੋ, ਸ਼ਿਵ ਬਾਬਾ ਨੂੰ ਯਾਦ ਕਰੋ,
तो ਤੁਹਾਡੀ उन्नति होएगी। और दूसरा क्या है, ਸੰਗਠਨ ਨੂੰ ਮਤਲਬ संगठन च, हाँ, ਜੀ ਤੇ ਸੰਗਠਨ ਜਿਹੜਾ ਹੀ ਸੰਗਠਨ ਇੰਡੀਵਿਜੂਅਲਸ ਦੇ ਮਿਲਣ ਦੇ ਨਾਲ ਹੈਗਾ। ਤੇ ਇੱਕ ਵਿਅਕਤੀ ਅਗਰ ਆਪਣੇ ਆਪ ਨੂੰ श्रेष्ठ बनाने का संकल्प करेगा तो संगठन श्रेष्ठ बन जाएगा। और अगर एक दूसरे की बुराई नू देखते रहेंगे और फिर एक दो की खिंचाई करनगे तो फिर संगठन की शक्ति किस तरह मजबूत होएगी। इस करके बाबा ने क्या हर एक दिए गुणा ते तुहाडी नज़र चाहिए है, अवगुणा नू त्याग कर दिओ। किसी दे अवगुण नू चित्त ते ना लो, अवगुण चित्त ना धरो। और दूसरियां दा गुण है तो गुण चोर बन जाओ तुसी। दूसरे दा गुण भी तुसी अपने अंदर ले आओगे हो तो तुहानू फायदा होएगा। लेकिन ईर्षा है, द्वेष है, ਉਹਦੇ ਨਾਲ कदी भी संगठन मजबूत नहीं होंदा। इस करके ਉਹਦਾ त्याग चाहिए। ਜੀ ਭਾਜੀ ਅਗਰ ਸਾਹਮਣੇ ਵਾਲਾ ਵਿਅਕਤੀ ਸਾਡੇ ਨਾਲ ਓਨੈਸਟ ਨਹੀਂ ਹੈ ਤਾਂ ਉਹਦੇ ਨਾਲ ਅਸੀਂ ਕਿੱਦਾਂ ਚੱਲੀਏ? ਤੁਸੀਂ ਓਨੈਸਟ ਰਹਿ ਕਰਕੇ ਦਿਖਾਓ ਉਹਨਾਂ ਨੂੰ। ਅਗਰ ਅਸੀਂ ਓਨੈਸਟ ਵੀ ਹੈ ਫਿਰ ਵੀ ਨਾ ਹੋਏ ਤਾਂ ਫਿਰ ਓਨੈਸਟ ਰਹਿਣਾ। ਕਿਉਂਕਿ ਗੱਲ ਇਹ ਹੈਗੀ ਹੈ ਕਿ ਦੂਸਰਾ ਆਪਣਾ ਧਰਮ ਨਹੀਂ ਛੱਡਦਾ, ਤੁਸੀਂ ਕਿਉਂ ਆਪਣਾ ਧਰਮ ਛੱਡਦੇ ਹੋ? ਇਹਦੇ ਉੱਪਰ ਉਹ ਇੱਕ ਸੰਤ ਦੀ ਕਹਾਣੀ ਪਹਿਲੇ ਵੀ ਸੁਣਾਈ ਹੈ। ਬਿਆਸ ਦੇ ਕਿਨਾਰੇ ਜੀ ਉਹ ਬੈਠ ਕਰਕੇ ਧੁੱਪ ਸੇਕ ਰਹੇ ਸੀ ਥੋੜੀ ਸੰਤ ਇੱਕ ਜੀ, ਤੇ ਉਹਨਾਂ ਦਾ ਸ਼ਿਸ਼ ਵੀ ਨੇੜੇ ਸੀ ਤੇ ਇੱਕ ਬਿੱਛੂ ਆ ਕਰਕੇ ਉਹਨਾਂ ਨੂੰ ਕੱਟਦਾ ਸੀ ਔਰ ਉਹ ਬਿੱਛੂ ਨੂੰ ਪਕੜ ਕਰਕੇ ਪਾਣੀ 'ਚ ਡਾਲ ਦਿੰਦੇ ਸੀ। ਉਹ ਫਿਰ ਬਿੱਛੂ ਵਾਪਸ ਆ ਜਾਂਦਾ ਸੀ ਤੇ ਉਹ ਉਹਨਾਂ ਦਾ ਸ਼ਿਸ਼ ਜਿਹੜਾ ਸੀ ਉਹ ਦੇਖ ਕਰਕੇ ਉਹਨੂੰ ਬੜਾ ਗੁੱਸਾ ਆ ਗਿਆ ਜੀ। ਔਰ ਕਹਿਣ ਲੱਗੇ ਗੁਰੂ ਜੀ ਇਹ ਕੀ ਕਰ ਰਹੇ ਹੋ ਤੁਸੀਂ? ਉਹ ਤੁਹਾਨੂੰ ਆ ਕਰਕੇ ਬਾਰ-ਬਾਰ ਡੰਗ ਮਾਰ ਰਿਹਾ ਔਰ ਤੁਸੀਂ ਉਠਾ ਕਰਕੇ ਪਾਣੀ 'ਚ ਡਾਲ ਦਿੰਦੇ ਹੋ, ਮਾਰ ਨਹੀਂ ਦਿੰਦੇ ਉਹਨੂੰ। ਤੇ ਸੰਤਾਂ ਨੇ ਕੀ ਕਿਹਾ? ਦੇਖੋ ਕਿਤਨੇ ਉੱਚੇ ਸੰਤ ਸੀ ਪਹਿਲੇ ਜੀ ਕਿ ਉਹ ਆਪਣਾ ਧਰਮ ਨਹੀਂ ਛੱਡਦਾ ਤੇ ਮੈਂ ਆਪਣਾ ਧਰਮ ਨਹੀਂ ਛੱਡਦਾ। ਜੀ ਉਹਦਾ ਧਰਮ ਹੈ ਕੱਟਣਾ, ਮੇਰਾ ਧਰਮ ਹੈ क्षमा ਕਰਨਾ। ਜੀ ਬਿਲਕੁਲ ਠੀਕ ਤੇ ਇਸ ਹੈ। ਕਰਕੇ ਕਿਹਾ ਜਾਂਦਾ ਹੀ ਸੋ ਧਰਮ ਸੁਖ ਦੇਤਾ ਹੈ ਪਰ ਧਰਮ ਦੁੱਖ ਦੇਤਾ ਹੈ। ਜੀ ਭਾਜੀ ਬਿਲਕੁਲ, ਹੁਣ ਇਹ ਗੱਲ ਮੈਨੂੰ ਫੋਲੋ ਕਰਨਾ ਪੈਣੀ। ਜੀ ਭਾਜੀ ਅਗਲਾ ਕੁਐਸਚਨ ਹੈ ਇੱਕ ਭਾਈ ਦਾ। ਉਹ ਬੋਲਦਾ ਕਿ ਅਸੀਂ ਨਾ ਤਾਂ ਬ੍ਰਹਮਾ ਬਾਬਾ ਨੂੰ ਦੇਖਿਆ ਨਾ ਦਾਦੀਆਂ ਨੂੰ ਦੇਖਿਆ, ਤਾਂ ਅਸੀਂ ਉਹਨਾਂ ਨੂੰ ਕਿੱਦਾਂ ਫੋਲੋ ਕਰੀਏ? ਉਹਨਾਂ ਦਾ ਫੋਟੋ ਦੇਖ ਲਓ, ਉਹਨਾਂ ਦੀ ਜੋ ਜੀਵਨ ਕਹਾਣੀ ਲਿਖੀ ਹੋਈ ਹੈ ਉਹ ਪੜ੍ਹ ਲਓ, ਤੁਹਾਨੂੰ ਉਹ ਤੋਂ ਬਹੁਤ ਕੁਛ ਲਾਭ ਮਿਲ ਜਾਏਗਾ, ਉਹ ਤੋਂ ਆਈਡੀਆ ਮਿਲ ਜਾਏਗਾ। ਜਾਂ ਜਿਹੜੇ ਬਾਬਾ ਮੰਮਾ ਨਾਲ ਜਾਂ ਦਾਦੀਆਂ ਨਾਲ ਰਹੇ ਨੇ ਲੋਕ ਅੱਜ ਵੀ ਹੈਗੇ ਆ, ਐਸਾ ਨਹੀਂ ਕਿ ਨਹੀਂ, ਉਹਨਾਂ ਦੇ ਨਾਲ ਥੋੜ੍ਹਾ ਜਿਹਾ ਮਿਲੋ ਜੁਲੋ ਔਰ ਉਹਨਾਂ ਤੋਂ ਉਹਨਾਂ ਦਾ ਅਨੁਭਵ ਸੁਣੋ। ਉਹਨਾਂ ਨੇ ਬਾਬਾ ਦੇ ਨਾਲ ਰਹਿ ਕੇ ਕੀ ਅਨੁਭਵ ਕੀਤਾ, ਮੰਮਾ ਦੇ ਨਾਲ ਰਹਿ ਕਰਕੇ ਕੀ ਅਨੁਭਵ ਕੀਤਾ, ਦਾਦੀ ਦੇ ਨਾਲ ਰਹਿ ਕਰਕੇ ਕੀ ਅਨੁਭਵ ਕੀਤਾ, ਦੀਦੀ ਦੇ ਨਾਲ ਰਹਿ ਕਰਕੇ ਕੀ ਅਨੁਭਵ ਕੀਤਾ, ਵੱਡੇ ਭਾਈਆਂ ਦੇ ਨਾਲ ਰਹਿ ਕਰਕੇ ਉਹਨਾਂ ਨੇ ਕੀ ਅਨੁਭਵ ਕੀਤਾ। ਅਤੇ ਅਨੁਭਵ ਸੁਣਨ ਤੋਂ ਤੁਹਾਨੂੰ ਇੰਝ ਲੱਗੇਗਾ ਕਿ ਜਿਸ ਤਰ੍ਹਾਂ ਤੁਸੀਂ ਖੁਦ ਉਸ ਵੇਲੇ ਬਾਬਾ ਦੇ, ਮੰਮਾ ਦੇ, ਦਾਦੀ ਦੇ, ਦੀਦੀ ਦੇ, ਬੜੇ ਭਾਈਆਂ ਦੇ ਸਾਹਮਣੇ ਹੈਗੇ, ਇਹੋ ਜਿਹਾ ਅਨੁਭਵ ਹੋ ਜਾਏਗਾ। ਜੀ ਭਾਜੀ ਇੱਕ ਭਾਈ ਹੈ, ਉਹ ਗਿਆਨ 'ਚ ਚੱਲਦਾ ਅਤੇ ਜਦ ਉਹਨੂੰ ਸੈਲਰੀ ਮਿਲਦੀ ਉਹ ਆਪਣੀ ਸੈਲਰੀ 'ਤੇ ਕੁਛ ਸੈਂਟਰ ਨੂੰ ਦਿੰਦਾ, ਲੇਕਿਨ ਪਰਿਵਾਰ ਵਾਲੇ ਉਹਨੂੰ ਦੇਣਾ ਨਹੀਂ ਦਿੰਦੇ। ਤਾਂ ਉਹਦਾ ਇਹ ਪਰਸਨਲੀ ਕੁਐਸਚਨ ਹੈ ਕਿ ਨੌਕਰੀ ਕਰਨੇ ਵਾਲੇ ਯੱਗ 'ਚ ਆਪਣੀ ਤਨਖਾਹ ਕਿੱਦਾਂ मतलब शेयर करिए, बांटिए? बाबा ने या दादी ने बहुत अच्छा
ਇੱਕ ਨਿਯਮ ਸਿਖਾਇਆ ਸੀ ਕਿ ਜੋ ਤੁਸੀਂ ਹਰ ਮਹੀਨੇ ਤੁਹਾਨੂੰ ਸੈਲਰੀ ਮਿਲਦੀ ਹੈ ਜਾਂ ਕਮਾਈ ਕਰਦੇ ਹੋ, ਉਹਦੇ 4 ਹਿੱਸੇ ਕਰੋ। ਉਹਦੇ 'ਚ ਇੱਕ ਹਿੱਸਾ ਆਪਣੇ ਵਾਸਤੇ, ਜੋ ਮਹੀਨੇ ਭਰ ਸਾਰਾ ਖਰਚ ਕਰੋ। ਇੱਕ ਹਿੱਸਾ ਕਦੀ ਆਈ ਵਿਲ ਵਾਸਤੇ, ਮਨਾ ਇਹੋ ਜਿਹਾ ਕੋਈ ਟਾਈਮ ਆ ਜਾਏ ਜਦੋਂ ਤੁਹਾਨੂੰ ਪੈਸੇ ਦੀ ਜ਼ਰੂਰਤ ਪੈਂਦੀ ਹੈ, ਉਹਦੇ ਵਾਸਤੇ ਤੁਸੀਂ ਬੈਂਕ 'ਚ ਅਕਾਊਂਟ ਖੋਲ੍ਹ ਕੇ ਜਮ੍ਹਾਂ ਕਰੋ। ਔਰ ਇੱਕ ਹਿੱਸਾ ਈਸ਼ਵਰੀ ਪਰਿਵਾਰ ਦੇ ਵਾਸਤੇ ਲਗਾਓ। ਕਿੰਨੇ ਹਿੱਸੇ ਹੋ ਗਏ? 3। 3। ਤੇ ਚੌਥਾ ਹਿੱਸਾ ਜਿਹੜਾ ਹੀ ਉਹ ਈਸ਼ਵਰੀ ਸੇਵਾ ਵਾਸਤੇ ਲਗਾਓ, 1/4। ਜੀ। ਅੱਛਾ, ਭਗਤੀ ਮਾਰਗ 'ਚ ਉਹ ਦਸਵੰਧ ਕਹਿੰਦੇ ਆ, ਉਹ 10ਵਾਂ ਹਿੱਸਾ ਕਹਿੰਦੇ ਸੀ। ਜੀ ਜੀ। ਵੀ ਜਿੰਨੀ ਤੁਸੀਂ ਕਮਾਈ ਕਰਦੇ ਹੋ ਉਹਦਾ 10ਵਾਂ ਹਿੱਸਾ ਗੁਰੂ ਮਹਾਰਾਜ ਦੇ ਉੱਥੇ ਅਰਪਿਤ ਕਰੋ ਸੇਵਾ ਵਾਸਤੇ। ਜੀ। ਤੇ ਇੱਥੇ ਸਾਨੂੰ ਗਿਆਨ ਮਾਰਗ 'ਚ ਇਹ ਚੀਜ਼ ਸਿਖਾਈ ਹੈ, ਕਰ ਸਕਦੇ ਹੋ ਤੇ ਕਰੋ, ਨਹੀਂ ਤੇ ਜਿੰਨਾ ਕਰ ਸਕਦੇ ਹੋ ਉਹਦੇ 'ਚ ਹੀ ਸੰਤੁਸ਼ਟ ਰਹੋ ਬਸ। ਜੀ। ਪਰ ਸਭ ਨੂੰ ਖੁਸ਼ ਕਰਨਾ ਹੀ, ਘਰ ਵਾਲੇ ਵੀ ਖੁਸ਼ ਹੋਣ ਕਿ ਦੇਖੋ ਹਰ ਇੱਕ ਦਾ ਧਿਆਨ ਰੱਖਦੇ ਨੇ। ਇਹ ਨਹੀਂ ਕਿ ਸਿਰਫ ਸੈਂਟਰ ਦਾ ਧਿਆਨ ਹੈ ਇਹਨਾਂ ਨੂੰ ਔਰ ਸਾਡਾ ਧਿਆਨ ਹੀ ਨਹੀਂ ਹੈਗਾ ਹੀ, ਨਹੀਂ, ਪਹਿਲੇ ਉਹਨਾਂ ਨੂੰ। ਚੈਰਿਟੀ ਬਿਗਿਨਸ ਐਟ ਹੋਮ। ਘਰ ਵਾਲਿਆਂ ਨੂੰ ਪਹਿਲੇ ਖੁਸ਼ ਕਰੋ ਔਰ ਫਿਰ ਬਾਕੀ ਜੋ ਸੇਵਾ 'ਚ ਲਗਾਉਣਾ ਲਗਾਓ। ਜੀ ਭਾਜੀ। ਭਾਜੀ ਅਗਲਾ ਕੁਐਸਚਨ ਹੈ ਕਿ ਬ੍ਰਾਹਮਣਾਂ ਵਾਸਤੇ ਬਾਬਾ ਦੀ ਕਿਆ ਸ਼੍ਰੀਮਤ ਹੋਣੀ ਚਾਹੀਦੀ? ਬ੍ਰਾਹਮਣਾਂ ਵਾਸਤੇ ਤਾਂ ਬੜੀ ਸਿੱਧੀ ਜਿਹੀ ਗੱਲ ਹੈ। ਬ੍ਰਾਹਮਣਾਂ ਦਾ ਜਿਹੜਾ ਕੰਮ ਹੈ ਉਹ ਕੀ ਹੈਗਾ ਜੀ? ਪਵਿੱਤਰ ਬਣਨਾ ਔਰ ਬਣਾਉਣਾ। ਅੱਛਾ। ਪਹਿਲੀ ਗੱਲ। ਜੀ। ਗਿਆਨ ਸੁਣਨਾ ਔਰ ਸੁनाना। जी भाजी। दैवी गुण धारण करना और कराना। ठीक है। ईश्वरी सेवा करना और दूसरिਆਂ ਨੂੰ ਵੀ ਉਮੰਗ 'ਚ ਲਿਆਉਣਾ ਕਿ ਉਹ ਵੀ ਸੇਵਾ ਕਰਨ। ਇਹ ਬ੍ਰਾਹਮਣਾਂ ਦੇ ਮੁੱਖ ਕੰਮ ਹੈਗੇ ਆ। ਅੱਛਾ ਜੀ। ਬਾਕੀ ਤੁਸੀਂ ਜਾਣਦੇ ਹੋ ਕਦੀ ਕੋਈ ਇਹੋ ਜਿਹਾ ਦਿਨ ਆਉਂਦਾ ਹੀ, ਤੁਹਾਡਾ ਜਨਮ ਦਿਨ ਆਉਂਦਾ ਹੀ ਜਾਂ ਹੋਰ ਤੋਂ ਬ੍ਰਹਮਾ ਭੋਜਨ ਸਾਰਿਆਂ ਨੂੰ ਖਿਲਾਓ ਜੋ ਤੁਹਾਡੇ ਸੰਪਰਕ 'ਚ ਹੈਗੇ ਨੇ। ਘਰ ਵਾਲੇ ਵੀ ਹੈਗੇ ਆ, ਸੈਂਟਰ ਵਾਲੇ ਵੀ ਹੈਗੇ ਆ, ਸਟੂਡੈਂਟਸ ਵੀ ਹੈਗੇ ਆ, ਜਿੰਨੀ ਤੁਹਾਡੇ 'ਚ ਪਹੁੰਚ ਹੈਗੀ। ਨਹੀਂ ਤੇ ਭੋਗ ਲਗਾ ਦਿਓ। ਗੁਰੂਵਾਰ ਦੇ ਦਿਨ ਭੋਗ ਵਾਸਤੇ ਨਿਮਿਤ ਜੋ ਟੀਚਰ ਭੈਣ ਹੈ ਉਹਨਾਂ ਨੂੰ ਉਹ ਦੇ ਦਿਓ ਕਿ ਬਈ ਮੇਰੀ ਤਰਫੋਂ ਭੋਗ ਲਗਾ ਕਰਕੇ ਸਭ ਨੂੰ ਵੰਡ ਦੇਣਾ ਬਸ। ਜੀ ਭਾਜੀ। ਹੋਰ ਕੀ ਕਰਨਾ? ਤੇ ਬ੍ਰਾਹਮਣਾਂ ਦੀ ਸੇਫਟੀ ਦਾ ਸਾਧਨ ਕੀ ਹੋ ਸਕਦਾ? ਬ੍ਰਾਹਮਣਾਂ ਦੀ ਸੇਫਟੀ ਦਾ ਸਾਧਨ ਤੇ ਫਿਰ ਤੁਸੀਂ ਜਾਣਦੇ ਹੋ ਜਿੰਨਾ ਯਾਦ ਦਾ ਕਵਚ ਮਜ਼ਬੂਤ ਹੋਏਗਾ, ਜਿਤਨਾ ज्ञान तलवार अच्छी तरह शार्प होएगी जी और ਉਹਦੇ ਨਾਲ ਫਿਰ ਥੋੜਾ ਭਾਲਾ ਕੋਈ ਆਏ ਤੇ ਉਹਨੂੰ ਰੋਕਣ ਵਾਸਤੇ ਜੀ ਯੋਗ ਦਾ ਅੱਛੀ ਤਰ੍ਹਾਂ ਤੁਹਾਡਾ ਮਜ਼ਬੂਤੀ ਹੋਏਗੀ ਤੇ ਫਿਰ ਤੁਸੀਂ ਕਾਮਯਾਬ ਹੋਣਗੇ ਆਪਣੇ ਕੰਮ 'ਚ। ਜੀ। ਇਹ 4 ਗੱਲਾਂ ਆਉਂਦੀਆਂ ਹੀ ਉਹਦੇ 'ਚ, ਜਿਹੜਾ ਵਿਸ਼ਨੂੰ ਨੂੰ ਦਿਖਾਉਂਦੇ ਆ ਨਾ ਜੀ, ਉਹਦੇ ਇੱਕ ਹੱਥ 'ਚ ਕਮਲ ਦਿਖਾਉਂਦੇ ਆ, ਇੱਕ 'ਚ ਮਤਲਬ ਆਪਣੀ ਜੀਵਨ ਨੂੰ ਪਵਿੱਤਰ ਬਣਾ ਕੇ ਕਮਲ ਫੂਲ ਸਮਾਨ ਰੱਖੋ। ਔਰ ਫਿਰ ਉਹਦੇ ਨਾਲ ਦੂਜੇ ਅਸਤਰ ਸ਼ਸਤਰ ਜਿਹੜੇ ਹੁੰਦੇ ਆ ਉਹ ਭਾਵਨਾ ਉਹਦੀ ਇਹ ਹੈਗੀ ਹੈ ਅੱਛਾ ਕਿ ਤੁਸੀਂ ਆਪਣੇ ਆਪ ਨੂੰ ਇਤਨਾ ਮਜ਼ਬੂਤ ਬਣਾਓ। ਤੁਸੀਂ ਮਜ਼ਬੂਤ ਹੋਣਗੇ ਤੁਹਾਡੇ ਸਾਹਮਣੇ ਮਾਇਆ ਵੀ ਬਿੱਲੀ ਬਣ ਕੇ ਚਲੀ ਜਾਏਗੀ ਬਸ। ਹੋਰ ਕਿਆ। ਜੀ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਲਾਸਟ 'ਚ ਮੈਂ
ਤੁਹਾਡੇ ਮੁਕਤ ਇਹ ਸੁਣਨਾ ਚਾਹੁੰਦੀ ਕਿ ਤੁਸੀਂ ਘਰ ਦੇ ਸੰਬੰਧੀਆਂ ਵਾਲੇ ਵਾਸਤੇ ਕਿਆ ਸੰਦੇਸ਼ ਦੇਣਾ ਚਾਹੁੰਦੇ, ਪਰਿਵਾਰ ਵਾਲਿਆਂ ਵਾਸਤੇ ਕਿਆ ਸੰਦੇਸ਼ ਦੇਣਾ ਚਾਹੁੰਦੇ ਕਿ ਕਿੱਦਾਂ ਰਹਿਣਾ ਚਾਹੀਦਾ ਸਾਨੂੰ? ਦੇਖੋ, ਘਰ ਵਾਲੇ ਜਿਹੜੇ ਹਨ, ਜੋ ਵੀ ਹੈਗੇ ਨੇ, ਮਾਤਾ ਪਿਤਾ ਭਾਈ ਬੰਧੂ ਪਤੀ ਪਤਨੀ, ਸਭ ਉਹ ਤੁਹਾਨੂੰ ਬੜੇ ਨਜ਼ਦੀਕ ਤੋਂ ਦੇਖਦੇ ਨੇ। ਔਰ ਅਗਰ ਤੁਸੀਂ ਆਪਣੇ ਜੀਵਨ ਨੂੰ ਗਿਆਨ ਦੇ ਆਧਾਰ 'ਤੇ ਔਰ ਸਹਿਜ ਰਾਜ ਯੋਗ ਦੇ ਆਧਾਰ 'ਤੇ ਪਾਵਨ ਬਣਾਇਆ ਹੀ, ਸ੍ਰੇਸ਼ਟ ਬਣਾਇਆ ਹੀ, ਦਿਵਯ ਬਣਾਇਆ ਹੀ, ਔਰ ਸੇਵਾ 'ਚ ਆਪਣਾ ਮਨ ਲਗਾਉਂਦੇ ਹੋ, ਉਹਨਾਂ ਦੀ ਸੇਵਾ ਵੀ ਕਰਦੇ ਹੋ, ਕਿ ਤੁਹਾਡੀ ਜਿਹੜੀ ਦਿਵਯਤਾ ਹੈ ਜੀਵਨ 'ਚ ਤੁਹਾਡੇ ਚਿਹਰੇ 'ਤੇ ਵੀ ਨਜ਼ਰ ਆਏਗੀ, ਤੁਹਾਡੇ ਨੈਣਾਂ ਤੋਂ ਵੀ ਨਜ਼ਰ ਆਏਗੀ, ਤੁਹਾਡੇ ਸ਼ਬਦਾਂ 'ਚ ਜਿਹੜੀ ਮਿਠਾਸ ਹੋਏਗੀ। ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਘਰ ਵਾਲਿਆਂ ਨੂੰ ਵਿਸ਼ਵਾਸ ਦਿਲਾਉਂਦੀਆਂ ਹੀ ਕਿ ਸੱਚਮੁੱਚ ਸਾਡੀ ਭੈਣ ਜਾਂ ਸਾਡਾ ਭਾਈ ਇਹ ਬਹੁਤ ਅੱਛੇ ਰਸਤੇ 'ਤੇ ਚੱਲ ਰਿਹਾ ਹੈ। ਮੈਂ ਆਪਣੇ ਲੌਕਿਕ ਭਾਈ ਭੈਣਾਂ ਦੇ ਬਾਰੇ 'ਚ ਦੱਸ ਸਕਦਾ ਹੀ। ਮੇਰੇ ਭਾਈ ਭਰਜਾਈ ਜੋ ਵੀ, ਉਹਨਾਂ ਨੂੰ ਮੇਰੀ ਜੀਵਨ ਤੋਂ ਬੜੀ ਪ੍ਰੇਰਨਾ ਮਿਲਦੀ ਸੀ। ਉਹ ਕਹਿੰਦੇ ਸੀ ਸਾਡੇ ਘਰ 'ਚ ਜਿਵੇਂ ਕੋਈ ਸੰਤ ਹੈਗੇ। ਅਤੇ ਇਹ ਬੜੀ ਇੱਕ ਮੈਂ ਕਹਾਂਗਾ ਕਿ ਉਸ ਪਿਤਾ ਪਰਮਾਤਮਾ ਦੀ, ਵਾਹਿਗੁਰੂ ਦੀ ਕਿਰਪਾ ਹੈਗੀ ਆ ਕਿ ਸਾਨੂੰ ਇਸ ਯੋਗ ਉਹਨਾਂ ਨੇ ਬਣਾਇਆ ਕਿ ਸਾਡੇ ਆਪਣੇ ਘਰ ਵਾਲੇ, ਉਹਨਾਂ ਨੂੰ ਵੀ ਅਸੀਂ ਸੰਤਾਂ ਦੀ ਸਰੂਪ 'ਚ ਹੀ ਨਜ਼ਰ ਆਏ ਸੀ। ਜੀ ਭਾਜੀ। ਅਤੇ ਇਸ ਕਰਕੇ ਮੈਂ ਤਾਂ ਇਹੀ ਕਹਾਂਗਾ, ਹੋਰ ਕੁਛ ਨਾ ਕਰੋ, ਜੋ ਗਿਆਨ ਔਰ ਸਹਿਜ ਰਾਜ ਯੋਗ ਦੀ ਗੱਲਾਂ ਹੈਗੀਆਂ ਹੀ, ਉਹਨੂੰ ਤੁਸੀਂ ਆਪਣੇ ਜੀਵਨ 'ਚ ਧਾਰਨ ਕਰੋ। ਪ੍ਰੈਕਟੀਕਲ ਲਾਈਫ 'ਚ ਸਿਰਫ ਸੁਣ ਲਿਆ, ਇੱਕ ਕੰਨ ਤੋਂ ਸੁਣਿਆ ਦੂਜੇ ਕੰਨ 'ਚੋਂ ਨਿਕਲ ਗਿਆ। ਜਿਸ ਤਰ੍ਹਾਂ ਅੱਜ ਦੀ ਮੁਰਲੀ 'ਚ ਸੀ ਕਿ ਬੱਚੇ ਆਉਂਦੇ ਨੇ ਔਰ ਮੁਰਲੀ ਸੁਣਦੇ ਆ, ਫਿਰ ਉਸ ਤੋਂ ਬਾਅਦ ਕਲਾਸ ਤੋਂ ਬਾਹਰ ਜਾਂਦੇ ਅਤੇ ਉਹ ਸਭ ਭੁੱਲ ਜਾਂਦੇ ਆ। ਉਹ ਨਹੀਂ ਚਾਹੀਦਾ, ਬਲਕਿ ਕਦਮ ਕਦਮ 'ਤੇ ਮੁਰਲੀ ਦੇ ਯਾਦ ਰਹਿਣੀ ਚਾਹੀਦੀ ਹੈ। ਉਹਦੀ ਐਪਲੀਕੇਸ਼ਨ ਲਾਈਫ 'ਚ ਹੋਣੀ ਚਾਹੀਦੀ, ਪ੍ਰੈਕਟੀਕਲ ਲਾਈਫ 'ਚ। ਜਦੋਂ ਅਸੀਂ ਧਿਆਨ ਰੱਖਾਂਗੇ ਸਾਡਾ ਜੀਵਨ ਬੜਾ ਦੈਵੀ ਜੀਵਨ ਬਣ ਜਾਏਗਾ, ਸ੍ਰੇਸ਼ਟ ਜੀਵਨ ਬਣ ਜਾਏਗਾ। ਔਰ ਉਹ ਨਜ਼ਰ ਆਉਂਦਾ ਹੀ, ਇਹ ਨਹੀਂ ਕਿ ਐਵੇਂ ਹੀ ਬਸ ਅਸੀਂ ਬੋਲ ਰਹੇ ਹਾਂ, ਪ੍ਰੈਕਟੀਕਲ ਦੇਖਣ 'ਚ ਆਉਂਦਾ ਹੀ। ਔਰ ਜਦੋਂ ਪ੍ਰੈਕਟੀਕਲ ਲੋਕ ਦੇਖਦੇ ਆ ਅਤੇ ਫਿਰ ਤਾਂ ਹਰ ਇੱਕ ਨੂੰ ਲੱਗਦਾ ਵੀ ਹਾਂ, ਇਹ ਜੋ ਕਹਿ ਰਹੇ ਆ ਇਹ ਬਹੁਤ ਅੱਛੀਆਂ ਗੱਲਾਂ ਹੀ, ਔਰ ਇਹਦੇ ਉੱਪਰ ਸਾਨੂੰ ਵਿਚਾਰ ਕਰਨਾ ਚਾਹੀਦਾ। ਜੀ ਭਾਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਸਤਿਗੁਰੂ ਕਰਤਾ ਪੁਰਖ 'ਚ ਆਉਂਦੇ ਅਤੇ ਨਾਲ ਆਪਣਾ ਗਿਆਨ ਅਤੇ ਭਗਤੀ ਮਾਰਗ ਦੀ ਅਤੇ ਪਰਿਵਾਰ ਵਾਲਿਆਂ ਨੂੰ ਨਾਲ ਲੈ ਕੇ ਉਹਨਾਂ ਦੇ ਵਾਸਤੇ ਕੁਝ ਗਿਆਨ ਦੀ ਗੱਲਾਂ ਸੁਣਾਉਂਦੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।